ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਤੇ। ਅੱਜ ਆਪਾਂ 2014 ਦੇ ਵਿੱਚ ਹੋਏ ਪੀਐਸਸੈਟ ਐਗਜ਼ਾਮ ਦੇ ਬਾਰੇ ਚਰਚਾ ਕਰਾਂਗੇ। ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੀ ਕਲਾਸ ਦੀ। ਤਾਂ ਆਪਣੀ ਕਲਾਸ ਦੀ ਸ਼ੁਰੂਆਤ ਹਮੇਸ਼ਾ ਅਣਡਿੱਠੇ ਪੈਰੇ ਤੋਂ ਹੁੰਦੀ ਹੈ। ਦੋ ਅਣਡਿੱਠੇ ਪੈਰੇ ਆਉਂਦੇ ਆ ਪੀਐਸਸੈਟ ਐਗਜ਼ਾਮ ਦੇ ਵਿੱਚ, ਇੱਕ ਵਾਰਤਕ ਤੇ ਇੱਕ ਕਾਵਿ ਦੇ ਰੂਪ ਵਿੱਚ। ਤਾਂ ਆਪਾਂ ਵਾਰਤਕ ਪੈਰੇ ਤੋਂ ਸ਼ੁਰੂਆਤ ਕਰਦੇ ਹਾਂ। ਤੁਸੀਂ ਵੀਡੀਓ ਨੂੰ ਸਟਾਪ ਕਰਕੇ ਪਹਿਲੇ ਇਸ ਪੈਰੇ ਨੂੰ ਪੜ੍ਹ ਲਿਆ ਜੇ, ਦੈਨ ਇਸ ਪੈਰੇ ਨੂੰ ਵੀ ਪੜ੍ਹਿਆ ਜੇ। ਉਸ ਤੋਂ ਬਾਅਦ ਸਿੱਧਾ ਆਪਾਂ ਕੁਐਸਚਨ ਤੇ ਚੱਲਦੇ ਹਾਂ। ਅਨੁਸ਼ਾਸਿਤ ਵਿਅਕਤੀ ਕਦੋਂ ਖੜੂਤ ਜਾਂ ਜੜ ਹੋ ਜਾਂਦਾ ਹੈ? ਤਾਂ ਇਸ ਦਾ ਕੀ ਆਏਗਾ? ਇਸ ਦਾ ਆਏਗਾ ਆਪਸ਼ਨ ਬੀ, ਜਦੋਂ ਬਾਹਰੀ ਦਬਾਅ ਉਸ ਨੂੰ ਭੈਭੀਤ ਕਰ ਦਿੰਦੇ ਹਨ। ਇੱਥੇ ਭਵਿੱਖ ਦੇ ਨਾਗਰਿਕਾਂ ਤੋਂ ਭਾਵ ਹੈ, ਪੈਰੇ ਦੇ ਵਿੱਚ ਜਿਹੜੇ ਭਵਿੱਖ ਦੇ ਨਾਗਰਿਕਾਂ ਦੀ ਗੱਲ ਹੋਈ ਹੈ ਉਸ ਤੋਂ ਕੀ ਭਾਵ ਹੈ? ਤਾਂ ਕੀ ਆਏਗਾ? ਇਸ ਦਾ ਆਏਗਾ ਆਪਸ਼ਨ ਡੀ, ਸਾਡੀ ਉਹ ਪੀੜ੍ਹੀ ਜਿਹੜੀ ਭਵਿੱਖ ਵਿੱਚ ਦੇਸ਼ ਦਾ ਭਾਰ ਸੰਭਾਲੇਗੀ। ਅਖਬਾਰਾਂ ਰਸਾਲਿਆਂ ਵਿੱਚ ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਨਤਾ ਦੀਆਂ ਕਹਾਣੀਆਂ ਭਰੀਆਂ ਹੁੰਦੀਆਂ ਹਨ, ਕਿਉਂਕਿ ਵਿਦਿਆਰਥੀ ਦੁਆਰਾ। ਇਸ ਦਾ ਕੀ ਆਏਗਾ? ਆਪਸ਼ਨ ਡੀ ਆਏਗਾ, ਕਿਉਂਕਿ ਵਿਦਿਆਰਥੀ ਦੁਆਰਾ ਅਨੁਸ਼ਾਸਨਹੀਨਤਾ ਨੂੰ ਅਪਣਾਇਆ ਜਾ ਰਿਹਾ ਹੈ। ਅਨੁਸ਼ਾਸਨਹੀਨਤਾ ਵਿੱਚ ਪਿਛੇਤਰ ਹੈ, ਅਗੇਤਰ, ਮਧੇਤਰ ਤੇ ਪਿਛੇਤਰ ਹੁੰਦੇ ਨੇ। ਤਾਂ ਅਨੁਸ਼ਾਸਨਹੀਨਤਾ ਵਿੱਚ ਪਿਛੇਤਰ ਕਿਹੜਾ ਲੱਗਿਆ ਹੋਇਆ ਹੈ? ਆਪਸ਼ਨ ਏ, ਬੀ, ਸੀ ਜਾਂ ਡੀ? ਤਾਂ ਇਸ ਦਾ ਕੀ ਆਏਗਾ? ਇਸ ਦਾ ਆਏਗਾ ਆਪਸ਼ਨ ਬੀ, ਤਾ। ਠੀਕ ਹੈ, ਹੀਨਤਾ ਨਹੀਂ ਆਏਗਾ, ਅਕੇਲਾ ਜਿਹੜਾ ਤਾ ਲੱਗਿਆ ਹੋਇਆ ਉਹ ਕੀ ਹੈ? ਪਿਛੇਤਰ ਹੈ। ਇਸ ਵਾਰਤਕ ਦਾ ਸਾਰ ਤੱਤ ਹੈ, ਕੀ ਸਾਰ ਹੈ ਇਸ ਵਾਰਤਕ ਦਾ ਜੋ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ 2 ਸਲਾਈਡਸ ਦੇ ਵਿੱਚ? ਤਾਂ ਕੀ ਆਏਗਾ? ਇਸ ਦਾ ਆਏਗਾ ਆਪਸ਼ਨ ਸੀ। ਕੀ ਆਏਗਾ? ਆਪਸ਼ਨ ਸੀ। ਅਨੁਸ਼ਾਸਨ ਉਹੀ ਹੈ ਜਿਹੜਾ ਵਿਵੇਕ ਅਤੇ ਵਿਚਾਰਾਂ ਤੇ ਆਧਾਰਿਤ ਹੋਵੇ। ਕੀ ਆਏਗਾ? ਆਪਸ਼ਨ ਸੀ। ਅਸੀਂ ਆਪਣੇ ਵਿਦਿਆਰਥੀਆਂ ਲਈ ਅਜਿਹਾ ਅਨੁਸ਼ਾਸਨ ਚਾਹੁੰਦੇ ਹਾਂ ਜਿਸ ਵਿੱਚ ਕੀ ਹੋਵੇ? ਆਪਸ਼ਨ ਡੀ। ਕੀ ਆਏਗਾ? ਆਪਸ਼ਨ ਡੀ, ਜਿਸ ਵਿੱਚ ਬਾਹਰੀ ਦਬਾਅ ਨਾ ਬਣਾਇਆ ਜਾਵੇ। ਸਿੱਖਿਆ ਦਾ ਮੁੱਖ ਉਦੇਸ਼ ਹੈ ਵਿਦਿਆਰਥੀਆਂ ਨੂੰ। ਕੀ ਉਦੇਸ਼ ਹੈ ਸਿੱਖਿਆ ਦਾ? ਆਪਸ਼ਨ ਬੀ, ਸਿੱਖਿਆ ਦਾ ਮੁੱਖ ਉਦੇਸ਼ ਹੈ ਜੋ ਵਿਦਿਆਰਥੀਆਂ ਨੂੰ ਵਿਵੇਕ ਸਿਖਾਵੇ। ਉਸ ਤੋਂ ਬਾਅਦ ਕਾਵਿ ਦੇ ਰੂਪ ਵਿੱਚ ਵੀ ਇੱਕ ਅਣਡਿੱਠਾ ਪੈਰਾ ਆਉਂਦਾ ਹੈ, ਤੁਸੀਂ ਇਸ ਸਲਾਈਡ ਨੂੰ ਸਟਾਪ ਕਰਕੇ ਪੜ੍ਹਿਆ ਜੇ। ਉਸ ਤੋਂ ਬਾਅਦ ਇਸ ਸਲਾਈਡ ਨੂੰ ਵੀ ਪੜ੍ਹਿਆ ਜੇ। ਆਪਾਂ ਕੁਐਸਚਨ ਤੇ ਚੱਲਦੇ ਹਾਂ। ਅੰਨਦਾਤਾ ਨਜ਼ਮ ਆਪਾਂ ਪੜ੍ਹ ਕੇ ਆਏ ਹਾਂ 17 ਅੰਨਦਾਤਾ, ਉਸ ਦੇ ਵਿੱਚ ਕਿਸ ਚੀਜ਼ ਦੀ ਗੱਲ ਹੋਈ ਹੈ? ਤਾਂ ਕਿਸ ਚੀਜ਼ ਦੀ ਗੱਲ ਹੋਈ ਹੈ? ਆਪਸ਼ਨ ਸੀ ਆਏਗਾ, ਪਰੰਪਰਾ ਅਤੇ ਵਰਤਮਾਨ ਦੇ ਸੰਦਰਭਾਂ ਵਿੱਚ ਵਰਤਮਾਨ ਸਮਾਜ ਦੀ ਨਾਰੀ ਸਮੱਸਿਆ 'ਤੇ ਕੇਂਦਰਿਤ ਹੁੰਦੀ ਹੈ। ਠੀਕ ਹੈ, ਜੋ ਪਿੱਛੇ ਤੁਸੀਂ 17 ਪੜ੍ਹ ਕੇ ਆਏ ਹੋ, ਜੋ ਕਵਿਤਾ ਪੜ੍ਹ ਕੇ ਆਏ ਹੋ, ਕਾਵਿ ਪੜ੍ਹ ਕੇ ਆਏ ਹੋ, ਉਸ ਦੇ ਵਿੱਚ ਨਾਰੀ ਦੀ ਸਮੱਸਿਆ ਦੀ ਗੱਲ ਕੀਤੀ ਗਈ ਹੈ। ਅੰਨਦਾਤਾ ਨਜ਼ਮ ਦੀ ਪ੍ਰਮੁੱਖ ਕਾਵਿ ਚੇਤਨਾ ਕਿੱਦਾਂ ਦੀ ਹੈ? ਆਪਸ਼ਨ ਡੀ, ਕਿੱਦਾਂ ਦੀ ਹੈ? ਨਾਰੀਵਾਦੀ ਚੇਤਨਾ ਹੈ। ਅੰਨ ਦੇ ਕੀੜੇ ਤੇ ਚਮ ਦੀ ਗੁੱਡੀ ਵਿੱਚ ਕਿਹੜਾ ਅਲੰਕਾਰ ਵਰਤਿਆ ਹੈ? ਇਸ ਲਾਈਨ ਦੇ ਵਿੱਚ ਅੰਨ ਦੇ ਕੀੜੇ ਤੇ ਚਮ ਦੀ ਗੁੱਡੀ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ? ਤਾਂ ਇਸ ਦੇ ਵਿੱਚ ਕੀ ਆਏਗਾ? ਆਪਸ਼ਨ ਡੀ ਆਏਗਾ, ਰੂਪਕ ਅਲੰਕਾਰ ਵਰਤਿਆ ਗਿਆ ਹੈ। ਮੈਂ ਕਿਵੇਂ ਬੋਲਾਂ, ਇਹ ਕੁਝ ਸਤਰਾਂ ਹੈ, ਇਹਨਾਂ ਸਤਰਾਂ ਦਾ ਕਾਫ ਵਿੱਚ ਕੀ ਕਿਹਾ ਗਿਆ ਹੈ? ਤਾਂ ਇਸ ਦਾ ਆਏਗਾ ਆਪਸ਼ਨ ਸੀ, ਕਿਸ ਦੀ ਗੱਲ ਹੋਈ ਹੈ? ਨਾਰੀ ਦੀ ਦੁਖਾਂਤ ਸਥਿਤੀ ਬਾਰੇ ਸੁਚੇਤ ਹੈ, ਪਰੰਤੂ ਬੇਬਸੀ ਦੀ ਪ੍ਰਗਟਾਓ ਮੁਲਕ ਸਥਿਤੀ ਦਾ ਵਿਅੰਗ ਸਿਰਜਦਾ ਹੈ। ਉਸ ਤੋਂ ਬਾਅਦ ਫਿਰ ਆ ਕੁਝ ਤੁਕਾਂ ਨੇ, ਉਸ ਨੂੰ ਤੁਸੀਂ ਪੜ੍ਹੋਗੇ। ਵਿੱਚ ਸ਼ਾਇਰ ਪਰੰਪਰਾ, ਤਾਂ ਇਸ ਦਾ ਕੀ ਆਏਗਾ? ਇਸ ਦਾ ਆਏਗਾ ਆਪਸ਼ਨ ਬੀ। ਇਸ ਤੁਕਾਂ ਦੇ ਵਿੱਚ ਨਾਰੀ ਦੀ ਦਮਨਕ੍ਰਿਤੀ ਸਥਿਤੀ ਅਤੇ ਪੁਸ਼ਟ ਦਰ ਪੁਸ਼ਟ ਦੀ ਗੁਲਾਮੀ ਦਾ ਹਵਾਲਾ ਦਿੰਦੀ ਹੈ। ਜਿਹੜੀਆਂ ਉੱਪਰ ਤੁਕਾਂ ਦੀ ਗੱਲ ਕੀਤੀ ਗਈ ਹੈ, ਇਸ ਤੁਕਾਂ ਦੇ ਵਿੱਚ ਨਾਰੀ ਦੀ ਸਥਿਤੀ ਦੀ ਗੱਲ ਕੀਤੀ ਗਈ ਹੈ। ਇਸ ਕਵਿਤਾ ਦਾ ਕੇਂਦਰੀ ਸੂਤਰ ਅੰਨਦਾਤਾ ਸ਼ਬਦ ਦੁਆਲੇ ਕੇਂਦਰਿਤ ਹੈ। ਅੰਨਦਾਤਾ ਦਾ ਭਾਵ ਬੋਧ ਹੈ। ਕੀ ਭਾਵ ਹੈ ਅੰਨਦਾਤਾ ਤੋਂ? ਤਾਂ ਕੀ ਆਏਗਾ? ਆਪਸ਼ਨ ਸੀ ਆਏਗਾ, ਇਸਤਰੀ ਤੇ ਕਬਜ਼ੇ ਦੀ ਨੀਤੀ ਦਾ ਵਾਹਕ ਹੈ।
ਮੈਂ ਚੰਮ ਦੀ ਗੁੱਡੀ ਖੇਡ ਲੈ ਖਿਡਾਲੈ, ਇਕਹਿਰੀ ਸਤਰ ਦਾ ਕਾਵ ਪ੍ਰਵਚਨ ਕੀ ਹੈ? ਤਾਂ ਕੀ ਆਏਗਾ? ਆਪਸ਼ਨ ਡੀ ਆਏਗਾ, ਨਾਰੀ ਦੇ ਵਸਤੂ ਰੂਪ ਵਜੋਂ ਅਰਥ ਸੰਗੋੜਨ ਤੇ ਕੇਂਦਰਿਤ ਹੈ। ਕਵਿਤਾ ਦੀ ਸ਼ੈਲੀ ਕਿਸ ਤਰ੍ਹਾਂ ਦੀ ਹੈ? ਜੋ ਪਿੱਛੇ ਆਪਾਂ ਕਵਿਤਾ ਪੜ੍ਹ ਕੇ ਆਏ ਹਾਂ, ਤਾਂ ਕੀ ਆਏਗਾ? ਆਪਸ਼ਨ ਡੀ ਆਏਗਾ, ਮਨੋਬਚਨੀ, ਸੰਬੋਧਨੀ ਤੇ ਵਿਅੰਗਾਤਮਕ ਹੈ। ਕਵਿਤਾ ਤੋਂ ਭਾਵ ਹੈ, ਤਾਂ ਕੀ ਆਏਗਾ? ਆਪਸ਼ਨ ਡੀ, ਲਿਆਤਮਕ ਪੇਸ਼ਕਾਰੀ, ਭਾਸ਼ਾ ਦੀ ਖੂਬਸੂਰਤੀ ਤੇ ਭਾਵਨਾਵਾਂ ਦਾ ਵਹਿਣ। ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ ਕਵਿਤਾ ਵਿੱਚ, ਠੀਕ ਹੈ। ਇਸੇ ਕਰਕੇ ਇਸ ਦਾ ਕੀ ਆਏਗਾ? ਉਪਰੋਕਤ ਸਾਰੇ। ਹੇਠ ਲਿਖਿਆਂ ਚੋਂ ਕਿਹੜਾ ਵਧੀਆ ਲਿਖਤ ਲਈ ਸਭ ਤੋਂ ਘੱਟ ਮਹੱਤਵਪੂਰਨ ਹੈ? ਸਭ ਤੋਂ ਘੱਟ ਮਹੱਤਵਪੂਰਨ ਦੀ ਗੱਲ ਹੋ ਰਹੀ ਹੈ। ਸੋ ਵਧੀਆ ਲਿਖਣ ਲਈ ਕਿਹੜਾ ਜ਼ਿਆਦਾ ਇੰਪੋਰਟੈਂਟ ਨਹੀਂਗਾ? ਤਾਂ ਕੀ ਆਏਗਾ? ਆਪਸ਼ਨ ਡੀ ਆਏਗਾ, ਸਰੋਤਿਆਂ ਦੀ ਸਮਝ, ਠੀਕ ਹੈ। ਕੀ ਆਏਗਾ? ਆਪਸ਼ਨ ਡੀ, ਸਰੋਤਿਆਂ ਦੀ ਸਮਝ। ਉਪਚਾਰ ਅਧਿਆਪਨ ਕਰਵਾਏ ਜਾਣ ਦਾ ਆਧਾਰ ਹੈ। ਕਿਉਂ ਕਰਵਾਇਆ ਜਾਂਦਾ ਹੈ ਉਪਚਾਰ ਅਧਿਆਪਨ? ਤਾਂ ਕੀ ਆਏਗਾ? ਆਪਸ਼ਨ ਬੀ ਆਏਗਾ, ਨਿਦਾਨ। ਕਿਉਂਕਿ ਆਪਾਂ ਕਿਸੇ ਨਾ ਕਿਸੇ ਚੀਜ਼ ਦੀ ਜਾਂ ਸਮੱਸਿਆ ਦਾ ਆਪਾਂ ਉਹਦਾ ਨਿਦਾਨ ਕਰਨਾ ਹੈ, ਇਸੇ ਕਰਕੇ ਉਪਚਾਰ ਅਧਿਆਪਨ ਕਰਵਾਇਆ ਜਾਂਦਾ ਹੈ। ਇੱਕ ਪੈਰੇ ਦਾ ਮੁਲਾਂਕਣ ਕਰਦਿਆਂ ਧਿਆਨ 'ਚ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ। ਜਦੋਂ ਆਪਾਂ ਕਿਸੇ ਪੈਰੇ ਦਾ ਮੁਲਾਂਕਣ ਕਰਦੇ ਹਾਂ ਤਾਂ ਕਿਸ ਚੀਜ਼ ਨੂੰ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖਣਾ ਹੁੰਦਾ ਹੈ? ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਮੰਨੀ ਜਾਂਦੀ ਹੈ? ਤਾਂ ਇਸ ਦਾ ਆਏਗਾ ਆਪਸ਼ਨ ਡੀ, ਸੰਗਤੀ। ਕੀ ਆਏਗਾ? ਆਪਸ਼ਨ ਡੀ, ਸੰਗਤੀ। ਇੱਕ ਅਧਿਆਪਕ ਹਮੇਸ਼ਾ ਆਪਣੇ ਸਿੱਖਿਆਰਥੀ ਨੂੰ ਉੱਤਰ ਦੇਣ, ਸਮੂਹ 'ਚ ਵਿਚਾਰ ਵਟਾਂਦਰਾ ਕਰਨ ਅਤੇ ਮੇਲ ਜੋਲ ਰਾਹੀਂ ਸਿੱਖਣ ਦੀ ਕਾਰਜਨੀਤੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ। ਉਸ ਦੀ ਇਹ ਪਹੁੰਚ ਕਿਹੜੇ ਅਸੂਲ 'ਤੇ ਆਧਾਰਿਤ ਹੈ? ਨਿਰਦੇਸ਼ਤ, ਯੋਜਨਾਬੰਦ, ਵਿਅਕਤੀਗਤ ਜਾਂ ਸਰਗਰਮ ਸਹਿਭਾਗਤਾ ਦੀ? ਕੀ ਆਏਗਾ? ਆਪਸ਼ਨ ਡੀ, ਸਰਗਰਮ ਸਹਿਭਾਗਤਾ ਦੇ ਰਿਲੇਟਿਡ ਹੈ, ਠੀਕ ਹੈ। ਸਿੱਖਿਆਰਥੀਆਂ 'ਚ ਪੜ੍ਹਨ ਦੀ ਸਮਝ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ। ਕਿਹੜਾ ਸਭ ਤੋਂ ਵਧੀਆ ਤਰੀਕਾ ਹੈ? ਆਪਸ਼ਨ ਏ, ਬੀ, ਸੀ ਜਾਂ ਡੀ? ਕਿਹੜਾ ਵਧੀਆ ਤਰੀਕਾ ਹੈ? ਆਪਸ਼ਨ ਬੀ, ਯਾਨੀ ਕਿ ਉਹਨਾਂ ਨੂੰ ਚੁੱਪਚਾਪ ਪੜ੍ਹਨ ਅਤੇ ਦਿੱਤੇ ਗਏ ਸਵਾਲਾਂ ਦੇ ਉੱਤਰ ਦੇਣ ਲਈ ਆਖਣਾ। ਅਧਿਆਪਕ ਲਈ ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਏ ਰੱਖਣ ਵਾਸਤੇ ਸਭ ਤੋਂ ਕਾਰਗਰ ਰਣਨੀਤੀ ਹੋਣੀ ਚਾਹੀਦੀ ਹੈ। ਕਿਹੜੀ ਰਣਨੀਤੀ ਹੋਣੀ ਚਾਹੀਦੀ ਹੈ? ਕਿਹੜੀ ਹੋਣੀ ਚਾਹੀਦੀ ਹੈ? ਆਪਸ਼ਨ ਸੀ। ਆਪਸ਼ਨ ਸੀ, ਵਿਸ਼ੇ ਨੂੰ ਉਹਨਾਂ ਦੀਆਂ ਜੀਵਨ ਸਥਿਤੀਆਂ ਨਾਲ ਸੰਬੰਧਿਤ ਕਰਨਾ। ਕਿਸੇ ਵਿਅਕਤੀ ਵੱਲੋਂ ਬੋਲਦੇ ਅਤੇ ਲਿਖਦੇ ਹੋਏ ਸਹਿਜੇ ਹੀ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ। ਆਪਸ਼ਨ ਏ, ਕਿਰਿਆਸ਼ੀਲ ਸ਼ਬਦਾਵਲੀ। ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ ਸਿੱਖਿਆਰਥੀਆਂ ਨੂੰ ਪੜ੍ਹਨ ਕੌਸ਼ਲ ਨੂੰ ਸੁਧਾਰਨ ਲਈ ਸਭ ਤੋਂ ਬਿਹਤਰ ਹੈ? ਕੀ ਆਏਗਾ? ਆਪਸ਼ਨ ਸੀ, ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨਾ। ਮਾਇਆ ਆਪਣੀ ਜਮਾਤ ਵਿੱਚ ਕਵਿਤਾ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਉਸ ਕਵਿਤਾ ਦਾ 2-3 ਵਾਰ ਪਾਠ ਕਰਦੀ ਹੈ। ਅਜਿਹਾ ਕਰਨ ਦਾ ਪ੍ਰਮੁੱਖ ਉਦੇਸ਼ ਹੈ। ਕੀ ਆਏਗਾ? ਆਪਸ਼ਨ ਬੀ। ਕੀ ਆਏਗਾ? ਆਪਸ਼ਨ ਬੀ ਆਏਗਾ, ਕਾਵ ਸੰਵੇਦਨਾ ਪੈਦਾ ਕਰਨਾ, ਜਿਸ ਨਾਲ ਸਿੱਖਿਆਰਥੀ ਅਰਥਾਂ ਦਾ ਅੰਦਾਜ਼ਾ ਲਗਾ ਸਕਣ। ਹੇਠ ਲਿਖਿਆਂ 'ਚੋਂ ਕਿਹੜਾ ਵਸਤੂਗਤ ਪ੍ਰਸ਼ਨ ਨਹੀਂ ਹੈ? ਵਸਤੂਗਤ ਪ੍ਰਸ਼ਨ ਨਹੀਂ ਹੈ। ਤਾਂ ਕੀ ਆਏਗਾ? ਆਪਸ਼ਨ ਏ, ਖਾਲੀ ਥਾਵਾਂ ਭਰਨ ਵਾਲੇ। ਇਹਨਾਂ 'ਚੋਂ ਮੂਲ ਰੂਪ ਵਿੱਚ ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ? ਕਿਹੜਾ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ? ਆਪਸ਼ਨ ਬੀ, ਕਹਾਣੀ। ਕੀ ਆਏਗਾ? ਆਪਸ਼ਨ ਬੀ, ਕਹਾਣੀ। ਨਾਟਕ ਪੜ੍ਹਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੋ ਸਕਦਾ ਹੈ। ਨਾਟਕ ਨੂੰ ਕਿੱਦਾਂ ਪੜ੍ਹਾਇਆ ਜਾਣਾ ਚਾਹੀਦਾ ਹੈ? ਕਿੱਦਾਂ ਪੜ੍ਹਾਇਆ ਜਾਣਾ ਚਾਹੀਦਾ? ਆਪਸ਼ਨ ਬੀ, ਵਿਦਿਆਰਥੀਆਂ ਨੂੰ ਨਾਟਕ ਦਾ ਮੰਚਨ ਕਰਨ ਲਈ ਉਤਸ਼ਾਹਿਤ ਕਰਨਾ। ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਕਿਹੜਾ ਹੈ?
ਆਪਸ਼ਨ ਏ ਉਸ ਨੂੰ ਕੁਦਰਤੀ ਵਾਤਾਵਰਣ ਵਿੱਚ ਸੁਣਨਾ। ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ? ਇਹਨਾਂ ਚਾਰਾਂ ਆਪਸ਼ਨ ਦੇ ਵਿੱਚ ਕਿਹੜਾ ਕਥਨ ਗਲਤ ਹੈ? ਤਾਂ ਕੀ ਆਏਗਾ? ਆਪਸ਼ਨ ਏ, ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਲਈ ਵਿਆਕਰਨ ਇੱਕ ਸੰਦ ਹੈ। ਠੀਕ ਹੈ, ਤਾਂ ਠੀਕ ਹੈ ਬੱਚੇ, ਅੱਜ ਦੇ ਆਪਣੇ 30 MCQ ਪੂਰੇ ਹੁੰਦੇ ਆ। ਮਿਲਦੇ ਹਾਂ ਕੱਲ ਅਗਲੇ MCQ ਦੇ ਨਾਲ। ਅੱਜ ਦੇ ਲਈ ਇੰਨਾ ਹੀ। ਬਹੁਤ ਬਹੁਤ ਧੰਨਵਾਦ।